BTV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। 1 ਅਪ੍ਰੈਲ ਨੂੰ ਕੈਨੇਡਾ ਦੇ ਸੰਸਦ ਮੈਂਬਰਾਂ ਦੀ ਵਧੇਗੀ ਤਨਖਾਹ। ਕੈਨੇਡੀਅਨ ਟੈਕਸਪੇਅਰਸ ਫੈਡਰੇਸ਼ਨ ਮੁਤਾਬਕ 4.2% ਤੱਕ ਵਧਾਉਣਗੇ ਤਨਖਾਹ। ਕੈਨੇਡਾ ਵਿੱਚ ਮੈਂਟਲ ਹੈਲਥ ਕ੍ਰਾਈਸਿਸ ਨੂੰ ਲੈ ਕੇ ਫਸਟ ਨੇਸ਼ਨਸ ਲੀਡਰਸ ਨੇ ਓਟਵਾ 'ਚ ਕੀਤੀ ਐਮਰਜੈਂਸੀ ਮੀਟਿੰਗ। ਵੈਸਟ ਅਫਰੀਕਾ ਦੇ ਮਾਲੀ ਵਿੱਚ ਵਾਪਰੀ ਦੁਰਘਟਨਾ। ਇੱਕ ਇਨਫੋਰਮਲ ਗੋਲਡ ਮਾਈਨ ਦੇ ਢਹਿ ਜਾਣ ਨਾਲ 70 ਤੋਂ ਵੱਧ ਲੋਕਾਂ ਦੀ ਹੋਈ ਮੌਤ। ਐਟਲਾਂਟਾ ਵਿੱਚ ਟੇਕ ਆਫ ਦੀ ਤਿਆਰੀ ਕਰਦੇ ਸਮੇਂ ਬੋਇੰਗ 757 ਜਹਾਜ਼ ਨਾਲ ਵਾਪਰਿਆ ਹਾਦਸਾ। ਜਹਾਜ਼ ਦਾ ਨੋਜ਼ ਵੀਲ ਹੋਇਆ ਪੌਪ ਆਫ, ਯਾਤਰੀਆਂ ਦੀ ਬਚੀ ਜਾਨ। ਹੁਣ ਖਬਰਾਂ ਵਿਸਥਾਰ ਨਾਲ। ਕੈਨੇਡੀਅਨ ਟੈਕਸਪੇਅਰਸ ਫੈਡਰੇਸ਼ਨ ਦਾ ਅੰਦਾਜ਼ਾ ਹੈ ਕਿ ਪਾਰਲੀਮੈਂਟ ਦੇ ਮੈਂਬਰ 1 ਅਪ੍ਰੈਲ ਨੂੰ 4.2% ਤਨਖਾਹ ਵਧਾਉਣਗੇ, ਜਿਸ ਨੂੰ ਲੈ ਕੇ CTF ਫੈਡਰਲ ਡਾਇਰੈਕਟਰ ਫ੍ਰੈਂਕੋ ਟੈਰਾਜ਼ਾਨੋ ਨੇ ਕਿਹਾ ਕਿ ਫੈਡਰਲ ਸਰਕਾਰ $1 ਟ੍ਰਿਲੀਅਨ ਤੋਂ ਵੱਧ ਕਰਜ਼ੇ ਵਿੱਚ ਹੈ। ਟੈਕਸਦਾਤਾ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਹੇ ਹਨ ਅਤੇ ਸੰਸਦ ਮੈਂਬਰ ਵਾਧੇ ਦੇ ਹੱਕਦਾਰ ਨਹੀਂ ਹਨ। ਇਸ ਲਈ ਇਹ ਸਭ ਤੋਂ ਵਧੀਆ ਸਮਾਂ ਹੈ ਕਿ ਸਿਆਸਤਦਾਨ ਹਰ ਸਾਲ ਆਪਣੇ ਆਪ ਨੂੰ ਤਨਖਾਹਾਂ ਵਿੱਚ ਵਾਧਾ ਕਰਨ ਨੂੰ ਰੋਕ ਦੇਣ। ਉਹਨਾਂ ਨੇ ਕਿਹਾ ਕਿ ਸੰਸਦ ਮੈਂਬਰਾਂ ਨੇ ਪਿਛਲੇ ਸਮੇਂ ਵਿੱਚ ਤਨਖਾਹਾਂ ਵਿੱਚ ਵਾਧਾ ਬੰਦ ਕਰ ਦਿੱਤਾ ਸੀ ਅਤੇ ਉਹਨਾਂ ਨੂੰ ਇਸ ਸਾਲ ਤਨਖਾਹ ਵਿੱਚ ਵਾਧਾ ਬੰਦ ਕਰਨਾ ਚਾਹੀਦਾ ਹੈ। ਜਾਣਕਾਰੀ ਮੁਤਾਬਕ ਇੱਕ ਬੈਕ ਬੈਂਚ MP ਦੀ ਤਨਖਾਹ ਇਸ ਸਮੇਂ $1,94,600 ਹੈ ਤੇ ਇੱਕ ਮੰਤਰੀ ਦੀ $2,87,400 ਇਕੱਠਾ ਕਰਦਾ ਹੈ, ਜਦੋਂ ਕਿ ਪ੍ਰਧਾਨ ਮੰਤਰੀ ਸਾਲਾਨਾ $3,99,200 ਦੀ ਤਨਖਾਹ ਲੈਂਦੇ ਹਨ। ਦੱਸ ਦੇਈਏ ਕਿ 500 ਤੋਂ ਵੱਧ ਕਰਮਚਾਰੀ ਵਾਲੇ ਕਾਰਪੋਰੇਸ਼ਨਸ ਦੇ ਨਾਲ ਯੂਨੀਅਨ ਕੰਟਰੈਕਟ ਵਿੱਚ ਔਸਤ ਸਾਲਾਨਾ ਵਾਧੇ ਦੇ ਆਧਾਰ ਤੇ ਸੰਸਦ ਮੈਂਬਰ ਹਰ ਸਾਲ 1 ਅਪ੍ਰੈਲ ਨੂੰ ਆਪਣੇ ਆਪ ਦੀ ਤਨਖਾਹ ਵਿੱਚ ਵਾਧਾ ਕਰਦੇ ਹਨ। ਹਾਲਾਂਕਿ ਅੰਤਮ ਤਨਖਾਹ ਸੰਖਿਆਵਾਂ ਜਾਰੀ ਨਹੀਂ ਕੀਤੀਆਂ ਗਈਆਂ ਹਨ। ਕੈਨੇਡਾ ਸਰਕਾਰ ਦੁਆਰਾ ਪ੍ਰਕਾਸ਼ਿਤ ਇਕਰਾਰਨਾਮੇ ਦੇ ਅੰਕੜੇ ਦਰਸਾਉਂਦੇ ਹਨ ਕਿ 2023 ਵਿੱਚ ਪ੍ਰਾਈਵੇਟ ਸੈਕਟਰ ਵਿੱਚ ਔਸਤ ਸਾਲਾਨਾ ਵਾਧਾ 4.2% ਸੀ। ਇਸ ਡਾਟਾ ਦੀ ਵਰਤੋਂ ਕਰਦੇ ਹੋਏ CTF ਦਾ ਅਨੁਮਾਨ ਹੈ ਕਿ ਇਸ ਸਾਲ ਤਨਖਾਹ ਵਿੱਚ ਵਾਧਾ $8,100 ਵਾਧੂ ਹੋਵੇਗਾ। ਬੈਕਬੈਂਚ ਸੰਸਦ ਮੈਂਬਰਾਂ ਲਈ, ਮੰਤਰੀਆਂ ਲਈ $11,900 ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ $16,200। ਇਸ ਸਾਲ ਦੇ ਤਨਖਾਹ ਵਾਧੇ ਤੋਂ ਬਾਅਦ CTF ਦੇ ਅਨੁਮਾਨਾਂ ਅਨੁਸਾਰ ਬੈਕਬੈਂਚ ਸੰਸਦ ਮੈਂਬਰਾਂ ਨੂੰ $2,02,700 ਸਾਲਾਨਾ ਤਨਖਾਹ ਮਿਲੇਗੀ। ਇੱਕ ਮੰਤਰੀ $2,99,300 ਇਕੱਠਾ ਕਰੇਗਾ, ਜਦਕਿ ਟਰੂਡੋ $4,05,400 ਘਰ ਲੈ ਕੇ ਜਾਣਗੇ। ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਨੇ 2008-9 ਦੀ ਮੰਦੀ ਦੇ ਜਵਾਬ ਵਿੱਚ ਸਾਲ 2010 ਤੋਂ 2013 ਤੱਕ ਸਵੈਚਲਿਤ MP ਤਨਖਾਹ ਵਾਧੇ ਨੂੰ ਰੋਕ ਦਿੱਤਾ ਸੀ। ਟੈਰਾਜ਼ਾਨੋ ਨੇ ਕਿਹਾ ਕਿ MPs ਨੂੰ ਆਪਣੀ ਤਨਖਾਹ ਵਧਾਉਣ ਨਾਲੋਂ ਇਸ ਬਾਰੇ ਬਿਹਤਰ ਪਤਾ ਹੋਣਾ ਚਾਹੀਦਾ ਹੈ ਕਿ ਉਹਨਾਂ ਦੇ ਹਲਕੇ ਮੋਰਗੇਜ ਦੇ ਵੱਧ ਰਹੇ ਭੁਗਤਾਨਾਂ ਬਾਰੇ ਚਿੰਤਤ ਹਨ ਅਤੇ ਆਪਣੇ ਪਰਿਵਾਰਾਂ ਦਾ ਢਿੱਡ ਭਰਨ ਲਈ ਸੰਘਰਸ਼ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਇਹ ਰਾਕੇਟ ਵਿਗਿਆਨ ਨਹੀਂ ਹੈ। ਸੰਸਦ ਮੈਂਬਰਾਂ ਨੂੰ ਸਹੀ ਕੰਮ ਕਰਨਾ ਚਾਹੀਦਾ ਹੈ ਤੇ ਉਹਨਾਂ ਦੇ ਆਉਣ ਵਾਲੇ ਤਨਖਾਹ ਵਾਧੇ ਨੂੰ ਰੋਕਣਾ ਚਾਹੀਦਾ ਹੈ। ਦੱਸਦੇ ਹੈ ਕਿ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਸਾਰੇ ਫੁੱਲ ਟਾਈਮ ਕਰਮਚਾਰੀਆਂ ਦੀ ਔਸਤ ਸਾਲਾਨਾ ਤਨਖਾਹ ਲਗਭਗ ਸਿਰਫ $67,000 ਹੈ। ਲੰਘੇ ਮੰਗਲਵਾਰ ਨੂੰ ਐਡਮਿੰਟਨ ਸਿਟੀ ਹਾਲ 'ਚ ਹੋਈ ਗੋਲੀਬਾਰੀ ਮਾਮਲੇ 'ਚ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ 28 ਸਾਲਾ ਵਿਅਕਤੀ ਤੇ ਹਥਿਆਰਾਂ ਅਤੇ ਅਗਜਣੀ ਦੇ ਕਈ ਦੋਸ਼ ਲੱਗੇ ਹਨ। ਦੱਸਦੇ ਹੈ ਕਿ ਇਹ ਮੰਗਲਵਾਰ ਸਵੇਰੇ ਐਡਮਿੰਟਨ ਸਿਟੀ ਹਾਲ ਦੇ ਅੰਦਰ ਗੋਲੀਬਾਰੀ ਅਤੇ ਮੋਲਟੋਵ ਕਾਕਟੇਲ ਦੇ ਵਿਸਫੋਟ ਤੋਂ ਬਾਅਦ ਆਇਆ ਹੈ, ਜਿਸ ਸਮੇਂ ਇਮਾਰਤ ਲੋਕਾਂ ਨਾਲ ਭਰੀ ਹੋਈ ਸੀ। ਜਾਣਕਾਰੀ ਮੁਤਾਬਕ ਜਦੋਂ ਗੋਲੀ ਚੱਲਣ ਦੀ ਆਵਾਜ਼ ਆਈ, ਉਦੋਂ ਮੇਅਰ ਅਮਰਜੀਤ ਸੋਹੀ, ਸ਼ਹਿਰ ਦੇ ਕਈ ਕੌਂਸਲਰ, ਸ਼ਹਿਰ ਦੇ ਫਾਇਰ ਚੀਫ, ਸਿਟੀ ਸਟਾਫ ਅਤੇ ਪੱਤਰਕਾਰ ਇੱਕ ਐਮਰਜੈਂਸੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਇਮਾਰਤ ਦੇ ਅੰਦਰ ਮੌਜੂਦ ਸਨ ਤੇ ਨਾਲ ਹੀ ਐਡਮਿੰਟਨ ਪਬਲਿਕ ਸਕੂਲਾਂ ਦੀ ਗ੍ਰੇਡ 1 ਕਲਾਸ ਸਿਟੀ ਹਾਲ ਦੀ ਫੀਲਡ ਟ੍ਰਿਪ ਤੇ ਸੀ ਜਦੋਂ ਇਸ ਨੂੰ ਲੋਕਡਾਊਨ ਤੇ ਰੱਖਿਆ ਗਿਆ, ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ ਸਕੂਲ ਵਾਪਸ ਜਾਣ ਲਈ ਸੁਰੱਖਿਅਤ ਢੰਗ ਨਾਲ ਬਾਹਰ ਅਤੇ ਬੱਸ ਵਿੱਚ ਲਿਜਾਇਆ ਗਿਆ। ਐਡਮਿੰਟਨ ਪੁਲਿਸ ਸੇਵਾ ਦੇ ਮੁਖੀ ਡੇਲ ਮੈਕਵੀ ਨੇ ਕਿਹਾ ਕਿ ਸ਼ੂਟਰ ਭੂਮੀਗਤ ਪਾਕੇਟ ਰਾਹੀਂ ਸਿਟੀ ਹਾਲ ਵਿੱਚ ਦਾਖਲ ਹੋਇਆ ਅਤੇ ਲੰਘਿਆ। ਬੰਦੂਕ ਵਾਲੀ ਇਮਾਰਤ, ਗੋਲੀਬਾਰੀ ਦੀਆਂ ਗੋਲੀਆਂ ਅਤੇ ਸ਼ੀਸ਼ੇ ਦੇ ਟੁਕੜੇ ਜ਼ਿਆਦਾਤਰ ਦੂਜੀ ਮੰਜ਼ਲ ਤੇ ਸੀ। ਉਹਨਾਂ ਨੇ ਕਿਹਾ ਕਿ ਇਹ ਜਾਪਦਾ ਸੀ ਕਿ ਸ਼ੱਕੀ ਬੇਤਰਤੀਬ ਢੰਗ ਨਾਲ ਗੋਲੀਬਾਰੀ ਕਰ ਰਿਹਾ ਸੀ, ਜੋ ਜ਼ਰੂਰੀ ਨਹੀਂ ਕਿ ਲੋਕਾਂ ਤੇ ਨਿਸ਼ਾਨੇ ਸਾਧ ਰਿਹਾ ਸੀ। ਮੈਕਫੀ ਨੇ ਕਿਹਾ ਕਿ ਉਹ ਵਿਅਕਤੀ ਭਾਰੀ ਹਥਿਆਰਾਂ ਨਾਲ ਲੈਸ ਸੀ ਅਤੇ ਉਸ ਕੋਲ ਕਈ ਭੜਕਾਊ ਯੰਤਰ ਸਨ, ਜਿਨ੍ਹਾਂ ਨੂੰ ਪੁਲਿਸ ਨੇ ਮੋਲਟੋਵ ਕਾਕਟੇਲ ਵਜੋਂ ਦਰਸਾਇਆ। ਜ਼ਿਕਰਯੋਗ ਹੈ ਕਿ ਪੁਲਿਸ ਨੇ ਮੌਕੇ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਇਸ ਪੂਰੀ ਘਟਨਾ ਦੌਰਾਨ ਜਾਨ ਮਾਲ ਦੇ ਨੁਕਸਾਨ ਤੋਂ ਬਚਾ ਰਿਹਾ ਤੇ ਕੋਈ ਵੀ ਜ਼ਖਮੀ ਨਹੀਂ ਹੋਇਆ। ਪੁਲਿਸ ਮੁਖੀ ਨੇ ਕਿਹਾ ਕਿ ਫਿਲਹਾਲ ਇਹ ਕਹਿਣਾ ਬਹੁਤ ਜਲਦੀ ਹੈ ਕਿ ਉਕਤ ਵਿਅਕਤੀ ਨੇ ਇਹ ਕੰਮ ਕਿਉਂ ਕੀਤਾ ਤੇ ਕੀ ਉਹ ਪਹਿਲਾਂ ਵੀ ਅਜਿਹੇ ਕੰਮ ਕਰ ਚੁੱਕਾ ਹੈ। ਉਹਨਾਂ ਨੇ ਕਿਹਾ ਕਿ ਇਹ ਸਾਰੇ ਸਵਾਲਾਂ ਦੇ ਜਵਾਬ ਜਾਂਚਕਰਤਾਵਾਂ ਦੀ ਜਾਂਚ ਵਿੱਚ ਸਾਹਮਣੇ ਆਉਣਗੇ।
ਨਾਰਥ ਵੈਸਟ ਟੈਰੀਟਰੀਜ਼ ਦੇ ਮੁੱਖ ਕੋਰਨਰ ਦੇ ਅਨੁਸਾਰ ਫੋਰਟ ਸਮਿਥ ਲੰਘੇ ਮੰਗਲਵਾਰ ਨੂੰ ਇੱਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ 6 ਲੋਕਾਂ ਦੀ ਮੌਤ ਹੋ ਗਈ ਅਤੇ ਸਿਰਫ ਇੱਕ ਵਿਅਕਤੀ ਬਚ ਪਾਇਆ। ਜਹਾਜ਼ ਹਾਦਸਾ ਨਾਰਥ ਵੈਸਟ ਟੈਰੀਟਰੀਜ਼ ਅਤੇ ਐਲਬਰਟਾ ਵਿਚਕਾਰ ਸੀਮਾ ਦੇ ਨੇੜੇ ਵਾਪਰਿਆ। ਲੰਘੇ ਬੁੱਧਵਾਰ ਜਾਰੀ ਇੱਕ ਨਿਊਜ਼ ਰਿਲੀਜ਼ ਵਿੱਚ ਕੋਰਨਰ ਦੇ ਦਫ਼ਤਰ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ 4 ਯਾਤਰੀਆਂ ਦੇ ਨਾਲ-ਨਾਲ 2 ਉੱਤਰੀ ਪੱਛਮੀ 에ਅਰ ਲੀਜ਼ ਦੇ ਚਾਲਕ ਦਲ ਦੇ ਮੈਂਬਰ ਵੀ ਸ਼ਾਮਲ ਸਨ। ਇਕੱਲੇ ਬਚੇ ਵਿਅਕਤੀ ਨੂੰ ਯੈਲੋ ਨਾਈਫ ਦੇ ਸਟੈਂਟਨ ਟੈਰੀਟੋਰੀਅਲ ਹਸਪਤਾਲ ਵਿੱਚ 에ਅਰਲਿਫਟ ਕੀਤੇ ਜਾਣ ਤੋਂ ਪਹਿਲਾਂ ਫੋਰਟ ਸਮਿਥ ਹੈਲਥ ਸੈਂਟਰ ਲਿਜਾਇਆ ਗਿਆ ਸੀ। ਕੋਰਨਰ ਦੇ ਦਫ਼ਤਰ ਨੇ ਕਿਹਾ ਕਿ ਉਹ ਸਾਈਟ ਤੱਕ ਪਹੁੰਚ ਕਰਨ ਅਤੇ ਰਿਕਵਰੀ ਪ੍ਰਕਿਰਿਆ ਸ਼ੁਰੂ ਕਰਨ ਲਈ ਭਾਈਵਾਲਾਂ ਨਾਲ ਕੰਮ ਕਰ ਰਿਹਾ ਹੈ। ਲੰਘੇ ਬੁੱਧਵਾਰ ਨੂੰ ਪ੍ਰਦਾਨ ਕੀਤੇ ਗਏ ਇੱਕ ਅਪਡੇਟ ਵਿੱਚ ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਹਾਦਸੇ ਬਾਰੇ ਇੱਕ ਮੁੱਢਲੀ ਰਿਪੋਰਟ ਜਾਰੀ ਕੀਤੀ, ਜਿਸ ਵਿੱਚ ਇਸ ਨੂੰ ਹਾਦਸਾ ਦੱਸਿਆ ਗਿਆ। ਸਰਕਾਰੀ ਏਜੰਸੀ ਨੇ ਕਿਹਾ ਕਿ ਫੋਰਟ ਸਮਿਥ ਹਵਾਈ ਅੱਡੇ ਤੇ ਰਨਵੇ ਤੋਂ ਉਡਾਨ ਭਰਨ ਤੋਂ ਥੋੜੀ ਦੇਰ ਬਾਅਦ ਵਿਮਾਨ ਜ਼ਮੀਨ ਨਾਲ ਟਕਰਾ ਗਿਆ। TSP ਨੇ ਕਿਹਾ ਇੱਥੇ ਪ੍ਰਭਾਵ ਤੋਂ ਬਾਅਦ ਅੱਗ ਲੱਗੀ ਸੀ ਅਤੇ ਜਹਾਜ਼ ਤਬਾਹ ਹੋ ਗਿਆ ਸੀ। TSP ਨੇ 4 ਜਾਂਚਕਰਤਾਵਾਂ ਦੀ ਇੱਕ ਟੀਮ ਤਾਇਨਾਤ ਕੀਤੀ, ਜਿਨ੍ਹਾਂ ਦੀ ਸਾਈਟ ਤੇ ਪਹੁੰਚਣ ਦੀ ਉਮੀਦ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇਸ ਸਮੇਂ ਆਪਣੀ ਜਾਂਚ ਦੇ ਖੇਤਰੀ ਪੜਾਅ ਵਿੱਚ ਹਾਂ। ਇਸ ਪੜਾਅ ਦੇ ਦੌਰਾਨ ਟੀਮ ਜਾਣਕਾਰੀ ਇਕੱਠਾ ਕਰੇਗੀ ਅਤੇ ਸਾਡੀ ਵਰਗੀਕਰਨ ਨੀਤੀ ਦੇ ਅਨੁਸਾਰ ਘਟਨਾ ਦਾ ਮੁਲਾਂਕਣ ਕਰੇਗੀ। ਜਾਣਕਾਰੀ ਮੁਤਾਬਕ ਜੋ ਜਹਾਜ਼ ਹਾਦਸਾਗ੍ਰਸਤ ਹੋਇਆ ਉਸ ਵਿੱਚ ਮਾਈਨਿੰਗ ਫਰਮ ਰੀਓ ਟਿੰਟੋ ਦੇ ਕਈ ਕਰਮਚਾਰੀ ਜਹਾਜ਼ ਵਿੱਚ ਮੌਜੂਦ ਸਨ ਅਤੇ ਉਹ ਯੈਲੋ ਨਾਈਫ ਤੋਂ ਲਗਭਗ 300 ਕਿਲੋਮੀਟਰ ਉੱਤਰ ਪੂਰਬ ਵਿੱਚ ਡਿਵਿਕ ਡਾਇਮੰਡ ਮਾਈਨ ਵੱਲ ਜਾ ਰਹੇ ਸਨ। ਬੁੱਧਵਾਰ ਨੂੰ ਜਾਰੀ ਇੱਕ ਬਿਆਨ ਵਿੱਚ CEO ਜੇਕਬ ਸਟੋਰਮਸ ਨੇ ਪੁਸ਼ਟੀ ਕੀਤੀ ਕਿ ਅਧਿਕਾਰੀਆਂ ਨੇ ਕੰਪਨੀ ਨੂੰ ਦੱਸਿਆ ਕਿ ਰੀਓ ਟਿੰਟੋ ਟੀਮ ਦੇ 4 ਮੈਂਬਰ ਮਰਨ ਵਾਲਿਆਂ ਵਿੱਚ ਸ਼ਾਮਲ ਹਨ ਅਤੇ ਉਸ ਦੀ ਟੀਮ ਦਾ ਇੱਕ ਮੈਂਬਰ ਬਚਿਆ ਹੈ। ਫਸਟ ਨੇਸ਼ਨਸ ਦੇ ਆਗੂਆਂ ਨੇ ਮੈਂਟਲ ਹੈਲਥ ਕ੍ਰਾਈਸਿਸ ਬਾਰੇ ਵਿਚਾਰ ਵਟਾਂਦਰੇ ਕਰਨ ਲਈ ਓਟਵਾ ਵਿੱਚ ਇੱਕ ਐਮਰਜੈਂਸੀ ਮੀਟਿੰਗ ਕੀਤੀ, ਜਿਸ ਵਿੱਚ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਸਰਕਾਰੀ ਸਹਾਇਤਾ ਤੋਂ ਬਿਨਾਂ ਇਹ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਹਨ। ਨਿਸ਼ਨਾਵਮ ਆਸਕੀ ਨੇਸ਼ਨ ਦਾ ਕਹਿਣਾ ਹੈ ਕਿ ਉੱਤਰੀ ਓਨਟਾਰੀਓ ਫਸਟ ਨੇਸ਼ਨਸ ਵਿੱਚ ਖੁਦਕੁਸ਼ੀਆਂ ਅਤੇ ਆਤਮ ਹੱਤਿਆ ਦੀਆਂ ਕੋਸ਼ਿਸ਼ਾਂ ਦਾ ਇੱਕ ਚਿੰਤਾਜਨਕ ਵਾਧਾ ਹੋਇਆ ਹੈ, ਜਿਸ ਦੀ ਉਹ ਪ੍ਰਤੀਨਿਧਤਾ ਕਰਦਾ ਹੈ। ਇਸ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਸਾਚੀਕੋ ਲੇਕ ਫਸਟ ਨੇਸ਼ਨ ਦੇ ਇੱਕ 12 ਸਾਲ ਦੇ ਬੱਚੇ ਅਤੇ ਡੀਅਰ ਲੇਕ ਫਸਟ ਨੇਸ਼ਨ ਵਿੱਚ ਇੱਕ 20 ਸਾਲ ਦੇ ਬੱਚੇ ਦੀਆਂ ਖੁਦਕੁਸ਼ੀਆਂ ਦੇ ਮਾਮਲੇ ਸ਼ਾਮਲ ਹਨ। ਸਮੂਹ ਇੰਡੀਜੀਨਸ ਨੌਜਵਾਨਾਂ ਦੀਆਂ ਹਾਲ ਹੀ ਵਿੱਚ ਹੋਈਆਂ ਅਣਪਛਾਤੀਆਂ ਮੌਤਾਂ ਅਤੇ ਉਹਨਾਂ ਦੀ ਜਾਂਚ ਕਿਵੇਂ ਕੀਤੀ ਜਾ ਰਹੀ ਹੈ ਬਾਰੇ ਵੀ ਚਿੰਤਾਵਾਂ ਜ਼ਾਹਰ ਕਰ ਰਿਹਾ ਹੈ। ਗ੍ਰੈਂਡ ਚੀਫ ਐਲਵਿਨ ਫਿਡਲਰ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਰਥਕ ਸਮੂਹਿਕ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਹੋਰ ਜਾਨਾਂ ਬੇਲੋੜੇ ਤੌਰ ਤੇ ਖਤਮ ਹੋ ਜਾਣਗੀਆਂ। ਫੈਡਰਲ ਕੰਜ਼ਰਵੇਟਿਵ ਚਾਹੁੰਦੇ ਹਨ ਕਿ ਟਰੂਡੋ ਸਰਕਾਰ ਮੈਕਸੀਕਨ ਸੈਲਾਨੀਆਂ ਲਈ ਵੀਜ਼ਾ ਦੀ ਜ਼ਰੂਰਤ ਨੂੰ ਬਹਾਲ ਕਰੇ, ਕਿਉਂਕਿ ਸ਼ਰਨਾਰਥੀ ਦਾਅਵਿਆਂ ਤੋਂ ਇਨਕਾਰ ਕੀਤੇ ਜਾਣ ਬਾਰੇ ਚਿੰਤਾਵਾਂ ਵੱਧ ਗਈਆਂ ਹਨ। ਜਾਣਕਾਰੀ ਮੁਤਾਬਕ ਮੈਕਸੀਕੋ ਤੋਂ ਸ਼ਰਨ ਦੇ ਦਾਅਵਿਆਂ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਵਾਧਾ ਹੋਇਆ ਹੈ ਅਤੇ ਮੈਕਸੀਕਨ ਬਿਨੇਕਾਰਾਂ ਦੀ ਦਰ, ਜੋ ਅਸਲ ਵਿੱਚ ਸ਼ਰਨਾਰਥੀ ਦਰਜਾ ਪ੍ਰਾਪਤ ਕਰਦੇ ਹਨ, ਦੂਜੇ ਦੇਸ਼ਾਂ ਨਾਲੋਂ ਬਹੁਤ ਘੱਟ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਅੰਸ਼ਕ ਤੌਰ ਤੇ 2016 ਵਿੱਚ ਸਰਕਾਰ ਦੇ ਵੀਜ਼ਾ ਲੋੜਾਂ ਨੂੰ ਹਟਾਉਣ ਦੇ ਫੈਸਲੇ ਦਾ ਨਤੀਜਾ ਹੈ, ਜਿਸ ਨਾਲ ਮੈਕਸੀਕੋ ਦੇ ਲੋਕਾਂ ਲਈ ਕੈਨੇਡਾ ਵਿੱਚ ਸ਼ਰਨ ਦਾ ਦਾਅਵਾ ਕਰਨਾ ਆਸਾਨ ਹੋ ਗਿਆ ਹੈ। ਟੋਰੀਸ ਦਾ ਕਹਿਣਾ ਹੈ ਕਿ ਇਸ ਤਬਦੀਲੀ ਨਾਲ ਧੋਖਾਧੜੀ, ਦੁਰਵਿਵਹਾਰ ਅਤੇ ਸ਼ਰਨ ਪ੍ਰਣਾਲੀ ਦੇ ਦਬਾਅ ਅਤੇ ਜਾਇਜ਼ ਦਾਅਵਿਆਂ ਲਈ ਦੇਰੀ ਹੋਈ ਹੈ। ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਸਰਕਾਰ ਇਸ ਮੁੱਦੇ ਤੇ ਮੈਕਸੀਕੋ ਨਾਲ ਗੱਲਬਾਤ ਕਰ ਰਹੀ ਹੈ। ਉੱਥੇ ਹੀ ਕਿਊਬੈਕ ਦੇ ਪ੍ਰੀਮੀਅਰ ਫ੍ਰਾਂਸਵਾ ਲੀਗੋ ਨੇ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲਿਖੇ ਪੱਤਰ ਵਿੱਚ ਮੈਕਸੀਕਨ ਦਾਅਵੇਦਾਰਾਂ ਵਿੱਚ ਵਾਧੇ ਦਾ ਹਵਾਲਾ ਦਿੱਤਾ ਅਤੇ ਚੇਤਾਵਨੀ ਦਿੱਤੀ ਕਿ ਸ਼ਰਨਾਰਥੀਆਂ ਲਈ ਉਹਨਾਂ ਦੇ ਸੂਬੇ ਦੀਆਂ ਸੇਵਾਵਾਂ ਇੱਕ ਬ੍ਰੇਕਿੰਗ ਪੁਆਇੰਟ ਤੱਕ ਪਹੁੰਚ ਰਹੀਆਂ ਹਨ। ਇਸ ਮਾਮਲੇ ਤੇ ਮਿਲਰ ਦਾ ਕਹਿਣਾ ਹੈ ਕਿ ਕੈਨੇਡਾ ਵਿਕਲਪਾਂ ਦੀ ਤਲਾਸ਼ ਕਰ ਰਿਹਾ ਹੈ, ਪਰ ਉਹਨਾਂ ਦਾ ਖੁਲਾਸਾ ਕਰਨ ਨਾਲ ਸਿਰਫ ਸਿਸਟਮ ਨਾਲ ਖੇਡ ਕਰਨ ਦੀ ਕੋਸ਼ਿਸ਼ ਕਰਨ ਵਾਲੇ ਮਾੜੇ ਕਲਾਕਾਰਾਂ ਨੂੰ ਸ਼ਕਤੀ ਮਿਲੇਗੀ। ਮੰਤਰੀ ਨੇ ਅੱਗੇ ਕਿਹਾ ਕਿ ਮੈਕਸੀਕੋ ਕੈਨੇਡਾ ਦਾ ਇੱਕ ਮਹੱਤਵਪੂਰਨ ਆਰਥਿਕ ਭਾਈਵਾਲ ਬਣਿਆ ਹੋਇਆ ਹੈ। ਇਸ ਮੁੱਦੇ ਨੂੰ ਲੈ ਕੇ ਬਾਈਡਨ ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਮੈਕਸੀਕਨ ਕਾਰਟੇਲਾਂ ਨਾਲ ਜੁੜੇ ਮਨੁੱਖੀ ਤਸਕਰੀ ਕਰਨ ਵਾਲੇ ਲੋਕਾਂ ਨੂੰ ਅਮਰੀਕਾ ਵਿੱਚ ਲਿਆਉਣ ਲਈ ਕੈਨੇਡਾ ਦੀ ਵੀਜ਼ਾ ਮੁਕਤ ਪ੍ਰਣਾਲੀ ਦਾ ਸ਼ੋਸ਼ਣ ਕਰ ਸਕਦੇ ਹਨ। ਹਿਊਮਨ ਰਾਈਟਸ ਵਾਚ ਦਾ ਕਹਿਣਾ ਹੈ ਕਿ ਮੈਕਸੀਕੋ ਵਿੱਚ ਹਿੰਸਾ, ਜਿਸ ਵਿੱਚ ਤਸ਼ੱਦਦ, ਜ਼ਬਰਦਸਤੀ ਲਾਪਤਾ ਪ੍ਰਵਾਸੀਆਂ ਵਿਰੁੱਧ ਦੁਰਵਿਵਹਾਰ, ਗੈਰ ਨਿਆਇਕ ਹੱਤਿਆਵਾਂ, ਲਿੰਗ ਆਧਾਰਿਤ ਹਿੰਸਾ ਅਤੇ ਸੁਤੰਤਰ ਪੱਤਰਕਾਰਾਂ ਤੇ ਹਮਲੇ ਸ਼ਾਮਲ ਹਨ, ਵਿਆਪਕ ਹੈ। ਕੈਨੇਡਾ ਸਿਰਫ ਉਹਨਾਂ ਲੋਕਾਂ ਨੂੰ ਹੀ ਸ਼ਰਨ ਦਿੰਦਾ ਹੈ ਜਿਸ ਦਾ ਮੰਨਣਾ ਹੈ ਕਿ ਉਹਨਾਂ ਦੇ ਗ੍ਰਹਿ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਸੁਰੱਖਿਅਤ ਢੰਗ ਨਾਲ ਨਹੀਂ ਰਹਿ ਸਕਦਾ, ਕਿਉਂਕਿ ਅਧਿਕਾਰੀ ਇਹ ਸ਼ਰਤਾਂ ਪ੍ਰਦਾਨ ਕਰਨ ਵਿੱਚ ਅਸਮਰਥ ਹਨ। ਬ੍ਰਿਟਿਸ਼ ਕੋਲੰਬੀਆ ਵਿੱਚ ਜ਼ਹਿਰੀਲੀਆਂ ਦਵਾਈਆਂ ਕਰਕੇ ਸਾਲ 2023 ਵਿੱਚ ਪਹਿਲਾਂ ਨਾਲੋਂ ਕਿਤੇ ਵੱਧ ਲੋਕ ਮਾਰੇ ਗਏ, ਜਿਨ੍ਹਾਂ ਵਿੱਚ 2511 ਮੌਤਾਂ ਦੀ ਰਿਪੋਰਟ ਕੀਤੀ ਗਈ ਹੈ। BC ਚੀਫ ਕੋਰੋਨਰ ਲੀਜ਼ਾ ਲਪੁਆਇੰਟ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪਹਿਲਾਂ ਨਾਲੋਂ ਕਿਤੇ ਵੱਧ ਲੋਕ ਮਰ ਰਹੇ ਹਨ। ਸਾਲ 2023 ਵਿੱਚ ਹਰ ਰੋਜ਼ 7 ਲੋਕ
हर दिन BC ਕਮਿਊਨਿਟੀਆਂ ਵਿੱਚ ਜਾਓ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪ੍ਰਾਪਤ ਕਰੋ। ਜ਼ਿਕਰਯੋਗ ਹੈ ਕਿ ਲਗਭਗ 3 ਮਹੀਨਿਆਂ ਵਿੱਚ ਇਹ ਪਹਿਲਾ ਅਪਡੇਟ ਹੈ ਅਤੇ ਸ਼ੁਰੂਆਤੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਨਵੰਬਰ ਵਿੱਚ 220 ਲੋਕਾਂ ਦੀ ਮੌਤ ਹੋਈ ਸੀ ਅਤੇ ਪਿਛਲੇ ਸਾਲ ਦਸੰਬਰ ਵਿੱਚ 219 ਲੋਕਾਂ ਦੀ ਮੌਤ ਹੋ ਗਈ ਸੀ। 2023 ਵਿੱਚ ਮਰਨ ਵਾਲਿਆਂ ਦੀ ਗਿਣਤੀ 2022 ਦੇ ਮੁਕਾਬਲੇ 5% ਦੇ ਵਾਧੇ ਨੂੰ ਦਰਸਾਉਂਦੀ ਹੈ, ਜਦੋਂ 2383 ਲੋਕਾਂ ਦੀ ਮੌਤ ਹੋਈ ਸੀ। ਲਵ ਪੁਆਇੰਟ ਨੇ ਕਿਹਾ ਕਿ ਅਸੀਂ ਜਾਨਾਂ ਬਚਾਉਣ ਲਈ ਉਪਾਅ ਕਰ ਸਕਦੇ ਹਾਂ ਜਾਂ ਅਸੀਂ ਮਰੇ ਹੋਏ ਲੋਕਾਂ ਦੀ ਗਿਣਤੀ ਕਰਨਾ ਜਾਰੀ ਰੱਖ ਸਕਦੇ ਹਾਂ। ਇਸ ਦੌਰਾਨ ਕੋਰੋਨਰ ਚੀਫ ਨੇ ਅਪਰਾਧੀਕਰਨ ਅਤੇ ਸੁਰੱਖਿਅਤ ਸਪਲਾਈ ਵਰਗੇ ਉਪਾਵਾਂ ਦੇ ਰਾਜਨੀਤੀਕਰਨ ਦੀ ਨਿੰਦਾ ਵੀ ਕੀਤੀ। ਉਹਨਾਂ ਨੇ ਕਿਹਾ ਕਿ ਅਸੀਂ ਇਨਸਾਨਾਂ ਬਾਰੇ ਗੱਲ ਕਰ ਰਹੇ ਹਾਂ, ਅਸੀਂ ਲੋਕਾਂ ਦੀ ਜ਼ਿੰਦਗੀ ਬਾਰੇ ਗੱਲ ਕਰ ਰਹੇ ਹਾਂ ਤੇ ਇਸ ਮੁੱਦੇ ਨੂੰ ਸਿਆਸੀ ਚਾਰੇ ਲਈ ਵਰਤਣਾ ਬਹੁਤ ਨਿਰਾਸ਼ਾਜਨਕ ਹੈ। ਜਾਣਕਾਰੀ ਮੁਤਾਬਕ ਲੀਜ਼ਾ ਲਪੁਆਇੰਟ, ਜੋ ਸੰਕਟ ਵਿੱਚ ਸਭ ਤੋਂ ਅੱਗੇ ਰਹੀ ਹੈ, ਨੇ ਨਿਊਜ਼ ਕਾਨਫਰੰਸ ਦੌਰਾਨ ਨੋਟ ਕੀਤਾ ਕਿ ਇਹ ਉਸਦੀ ਆਖਰੀ ਜਨਤਕ ਪੇਸ਼ੀ ਹੋਵੇਗੀ। ਦੱਸ ਦੇਈਏ ਕਿ ਲਪੁਆਇੰਟ ਨੇ ਪਿਛਲੇ ਸਾਲ ਦੇ ਅਖੀਰ ਵਿੱਚ ਆਪਣੀ ਸੇਵਾ ਮੁਕਤੀ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ 18 ਫਰਵਰੀ 2024 ਨੂੰ ਉਸਦਾ ਕਾਰਜਕਾਲ ਖਤਮ ਹੋਣ ਤੇ ਉਹ ਆਪਣਾ ਅਹੁਦਾ ਛੱਡ ਦੇਵੇਗੀ। ਵੈਸਟ ਅਫਰੀਕਾ ਦੇ ਮਾਲੀ ਵਿੱਚ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਪਿਛਲੇ ਹਫ਼ਤੇ ਦੇ ਅਖੀਰ ਵਿੱਚ ਇੱਕ ਬੇਨਿਯਮਿਤ ਸੋਨੇ ਦੀ ਖਾਨ ਦੇ ਢਹਿ ਜਾਣ ਤੋਂ ਬਾਅਦ 70 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਟੋਲ ਵਧਣ ਦੇ ਡਰ ਦੇ ਵਿਚਕਾਰ ਖੋਜ ਜਾਰੀ ਹੈ। ਸਰਕਾਰ ਦੇ ਨੈਸ਼ਨਲ ਜੀਓਲੋਜੀ ਅਤੇ ਮਾਈਨਿੰਗ ਡਾਇਰੈਕਟੋਰੇਟ ਦੇ ਇੱਕ ਸੀਨੀਅਰ ਅਧਿਕਾਰੀ ਨੇ ਲੰਘੇ ਬੁੱਧਵਾਰ ਨੂੰ ਐਸੋਸੀਏਟਿਡ ਪ੍ਰੈਸ ਨੂੰ ਵੇਰਵਿਆਂ ਦੀ ਪੁਸ਼ਟੀ ਕੀਤੀ ਅਤੇ ਇਸ ਨੂੰ ਇੱਕ ਦੁਰਘਟਨਾ ਕਿਹਾ। ਇਹ ਫੌਰੀ ਤੌਰ ਤੇ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਸ਼ੁੱਕਰਵਾਰ ਨੂੰ ਢਹਿਣ ਦਾ ਕਾਰਨ ਕੀ ਸੀ ਅਤੇ ਮੰਗਲਵਾਰ ਨੂੰ ਮਾਈਨਸ ਮੰਤਰਾਲੇ ਦੇ ਬਿਆਨ ਵਿੱਚ ਰਿਪੋਰਟ ਕੀਤੀ ਗਈ ਸੀ, ਜਿਸ ਵਿੱਚ ਕਈ ਮਾਈਨਰਾਂ ਦੀ ਮੌਤ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ। ਇਹ ਹਾਦਸਾ ਦੱਖਣ ਪੱਛਮੀ ਕੋਲੀਕੋਰੋ ਖੇਤਰ ਦੇ ਕੈਂਗਬਾਜ ਜ਼ਿਲ੍ਹੇ ਵਿੱਚ ਹੋਇਆ। ਜਾਣਕਾਰੀ ਮੁਤਾਬਕ ਅਫਰੀਕਾ ਦੇ ਤੀਜੇ ਸਭ ਤੋਂ ਵੱਡੇ ਸੋਨਾ ਉਤਪਾਦਕ ਮਾਲੀ ਵਿੱਚ ਅਜਿਹੇ ਹਾਦਸੇ ਆਮ ਹਨ। ਕਾਰੀਗਰ ਮਾਈਨਰਾਂ ਤੇ ਛੋਟੇ ਪੈਮਾਨੇ ਗੈਰ ਰਸਮੀ ਅਕਸਰ ਸੁਰੱਖਿਆ ਉਪਾਵਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ ਜਾਂਦਾ ਹੈ, ਖਾਸ ਕਰਕੇ ਦੂਰ ਦੁਰਾਡੇ ਦੇ ਖੇਤਰਾਂ ਵਿੱਚ। ਅਧਿਕਾਰੀ ਨੇ ਕਿਹਾ ਕਿ ਭਵਿੱਖ ਵਿੱਚ ਇਸ ਕਿਸਮ ਦੇ ਹਾਦਸਿਆਂ ਤੋਂ ਬਚਣ ਲਈ ਰਾਜ ਨੂੰ ਇਸ ਕਲਾਤਮਕ ਮਾਈਨਿੰਗ ਸੈਕਟਰ ਵਿੱਚ ਆਰਡਰ ਲਿਆਉਣਾ ਚਾਹੀਦਾ ਹੈ। ਇਸ ਹਾਦਸੇ ਤੋਂ ਬਾਅਦ ਮਾਈਨਸ ਦੇ ਮੰਤਰਾਲੇ ਦੇ ਬਿਆਨ ਨੇ ਢਹਿ ਜਾਣ ਤੇ ਡੂੰਘੇ ਅਫਸੋਸ ਜਤਾਇਆ ਅਤੇ ਖਨਨ ਕਰਨ ਵਾਲਿਆਂ ਦੇ ਨਾਲ-ਨਾਲ ਮਾਈਨਿੰਗ ਸਾਈਟਾਂ ਦੇ ਨੇੜੇ ਰਹਿਣ ਵਾਲੇ ਭਾਈਚਾਰਿਆਂ ਨੂੰ ਸੁਰੱਖਿਆ ਲੋੜਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ यानी कि FAA ਦੇ ਅਨੁਸਾਰ ਡੈਲਟਾ 에ਅਰਲਾਈਨਸ ਦੁਆਰਾ ਸੰਚਾਲਿਤ ਇੱਕ ਬੋਇੰਗ 757 ਯਾਤਰੀ ਜਹਾਜ਼ ਦਾ ਨੋਜ਼ ਵੀਲ ਪੌਪ ਆਫ ਹੋ ਗਿਆ ਅਤੇ ਪਲਟ ਗਿਆ ਜਦੋਂ ਜਹਾਜ਼ ਐਟਲਾਂਟਾ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਫ਼ਤੇ ਦੇ ਅੰਤ ਵਿੱਚ ਟੇਕ ਆਫ ਲਈ ਲਾਈਨ ਵਿੱਚ ਖੜਾ ਸੀ। ਬੋਇੰਗ ਨਿਯਮਿਤ ਕਾਰੋਬਾਰੀ ਦੇਰ ਬਾਅਦ ਵੀ ਇਸ ਮਾਮਲੇ ਤੇ ਟਿੱਪਣੀ ਕਰਨ ਲਈ ਉਪਲਬਧ ਨਹੀਂ ਸੀ। ਦੱਸ ਦਈਏ ਕਿ ਅਲਾਸਕਾ 에ਅਰਲਾਈਨਸ ਦੁਆਰਾ ਉਡਾਨ ਭਰੇ 8 ਹਫ਼ਤੇ ਪੁਰਾਣੇ ਬੋਇੰਗ 737 ਮੈਕਸ 9 ਜੈਟ ਵਿੱਚ ਇੱਕ ਫਿਊਜ਼ਲੇਜ ਪੈਨਲ ਦੇ ਮੱਧ ਹਵਾ ਵਿੱਚ ਉਡਾਉਣ ਤੋਂ ਬਾਅਦ ਸੰਘੀ ਰੈਗੂਲੇਟਰਾਂ ਦੁਆਰਾ ਹਵਾਈ ਜਹਾਜ਼ ਨਿਰਮਾਤਾ ਦੀ ਉੱਚੀ ਜਾਂਚ ਦੇ ਦੌਰਾਨ ਸ਼ਨੀਵਾਰ ਨੂੰ ਨੋਜ਼ ਗੇਅਰ ਦੀ ਦੁਰਘਟਨਾ ਹੋਈ। ਇਸ ਘਟਨਾ ਦੌਰਾਨ ਕੋਈ ਵੀ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ, ਪਰ FAA ਨੇ 5 ਜਨਵਰੀ ਦੀ ਘਟਨਾ ਤੋਂ ਬਾਅਦ 171 ਮੈਕਸ 9 ਨੂੰ ਆਧਾਰ ਬਣਾ ਦਿੱਤਾ ਹੈ। ਏਜੰਸੀ ਨੇ ਉਦੋਂ ਤੋਂ ਹੀ ਸਿਫਾਰਿਸ਼ ਕੀਤੀ ਹੈ ਕਿ ਬੋਇੰਗ 737-900ER ਜੈਟ ਜਹਾਜ਼ਾਂ ਦਾ ਸੰਚਾਲਨ ਕਰਨ ਵਾਲੀਆਂ 에ਅਰਲਾਈਨਾਂ ਉਹਨਾਂ ਜੈਟਾਂ ਦੇ ਦਰਵਾਜ਼ੇ ਦੇ ਪਲੱਗਾਂ ਦੀ ਜਾਂਚ ਕਰਨ ਲਈ ਇਹ ਯਕੀਨੀ ਬਣਾਉਣ ਕਿ ਉਹ ਸਹੀ ਢੰਗ ਨਾਲ ਸੁਰੱਖਿਅਤ ਹਨ, ਜਦੋਂ ਕੁਝ ਕੈਰੀਅਰਾਂ ਨੂੰ ਗਰਾਊਂਡ ਕੀਤੇ ਮੈਕਸ 9 ਜਹਾਜ਼ਾਂ ਦੇ ਨਿਰੀਖਣ ਦੌਰਾਨ ਢਿੱਲੇ ਹਾਰਡਵੇਅਰ ਦੀ ਰਿਪੋਰਟ ਕੀਤੀ ਗਈ ਸੀ। 757 ਨੋਜ਼ ਗੇਅਰ ਡਿਟੈਚਮੈਂਟ ਨੂੰ ਦਸਤਾਵੇਜ਼ੀ ਤੌਰ ਤੇ ਦਾਇਰ ਕੀਤੇ ਗਏ ਇੱਕ ਸ਼ੁਰੂਆਤੀ FAA ਦੇ ਨੋਟਿਸ ਦੇ ਅਨੁਸਾਰ ਹਾਰਟਸਫੀਲਡ ਜੈਕਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਵਾਪਰੀ ਇਸ ਘਟਨਾ ਵਿੱਚ ਸਵਾਰ 184 ਯਾਤਰੀਆਂ ਜਾਂ ਚਾਲਕ ਦਲ ਦੇ 6 ਮੈਂਬਰਾਂ ਵਿੱਚੋਂ ਕਿਸੇ ਨੂੰ ਵੀ ਸੱਟ ਨਹੀਂ ਲੱਗੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਲਾਈਨ ਵਿੱਚ ਖੜਾ ਸੀ ਅਤੇ ਟੇਕ ਆਫ ਦਾ ਇੰਤਜ਼ਾਰ ਕਰ ਰਿਹਾ ਸੀ ਜਦੋਂ ਨੋਜ਼ ਵੀਲ ਬੰਦ ਹੋ ਗਿਆ ਅਤੇ ਜਹਾਜ਼ ਤੋਂ ਅਲੱਗ ਹੋ ਕੇ ਡਿੱਗ ਗਿਆ। ਜਾਣਕਾਰੀ ਮੁਤਾਬਕ ਜਹਾਜ਼ ਬੋਗੋਟਾ ਕੋਲੰਬੀਆ ਲਈ ਉਡਾਣ ਲਈ ਤੈਅ ਕੀਤਾ ਗਿਆ ਸੀ ਜਦੋਂ ਇਹ ਹਾਦਸਾ ਵਾਪਰਿਆ। FAA ਨੇ ਅਖਬਾਰ ਨੂੰ ਦੱਸਿਆ ਕਿ ਉਹ ਘਟਨਾ ਦੀ ਆਪਣੀ ਜਾਂਚ ਜਾਰੀ ਰੱਖ ਰਿਹਾ ਹੈ। ਇੱਕ ਰੂਸੀ ਫੌਜੀ ਟਰਾਂਸਪੋਰਟ ਜਹਾਜ਼ ਯੂਕਰੇਨ ਦੇ ਨੇੜੇ ਇੱਕ ਸਰਹੱਦੀ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ ਤੇ ਮਾਸਕੋ ਨੇ ਕੀਵ ਤੇ ਇਸ ਨੂੰ ਗੋਲੀ ਮਾਰਨ ਦਾ ਦੋਸ਼ ਲਗਾਇਆ। ਕਿਹਾ ਕਿ ਇਸ ਵਿੱਚ ਸਵਾਰ ਸਾਰੇ 74 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ 65 ਯੂਕਰੇਨੀ ਜੰਗੀ ਕੈਦੀ ਵੀ ਸ਼ਾਮਲ ਸਨ ਜੋ ਅਦਲਾ ਬਦਲੀ ਲਈ ਜਾ ਰਹੇ ਸਨ। रूस ने कोई सबूत पेश नहीं किया ते यूक्रेन ने तुरंत इसकी पुष्टि ਜਾਂ ਇਸ ਦੁਰਘਟਨਾ ਤੋਂ ਇਨਕਾਰ ਵੀ ਨਹੀਂ ਕੀਤਾ। ਰੂਸ ਦੇ ਬੈਲਗੋਰੋਡ ਸਰਹੱਦੀ ਖੇਤਰ ਤੋਂ ਸੋਸ਼ਲ ਮੀਡੀਆ ਤੇ ਹਾਦਸੇ ਦੀ ਵੀਡੀਓ ਵਿੱਚ ਇੱਕ ਜਹਾਜ਼ ਨੂੰ ਇੱਕ ਬਰਫੀਲੇ ਪੇਂਡੂ ਖੇਤਰ ਵਿੱਚ ਅਸਮਾਨ ਤੋਂ ਡਿੱਗਦਾ ਦਿਖਾਇਆ ਗਿਆ ਹੈ ਤੇ ਅੱਗ ਦਾ ਇੱਕ ਵਿਸ਼ਾਲ ਗੋਲਾ ਫਟਦਾ ਹੈ, ਜਿੱਥੇ ਸਪਸ਼ਟ ਤੌਰ ਤੇ ਜ਼ਮੀਨ ਨਾਲ ਟਕਰਾਇਆ ਦਿਖਾਇਆ ਜਾਂਦਾ ਹੈ। ਐਸੋਸੀਏਟਿਡ ਪ੍ਰੈਸ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਿਆ ਕਿ ਜਹਾਜ਼ ਵਿੱਚ ਕੌਣ ਸਵਾਰ ਸੀ ਜਾਂ ਇਸ ਬਾਰੇ ਹੋਰ ਵੇਰਵਿਆਂ ਦੀ ਕਿ ਜਹਾਜ਼ ਨੂੰ ਕਿਸ ਕਾਰਨ ਹੇਠਾਂ ਲਿਆਂਦਾ ਗਿਆ। ਰਿਪੋਰਟ ਮੁਤਾਬਕ 700 ਦਿਨਾਂ ਦੀ ਜੰਗ ਦੌਰਾਨ ਰੂਸ ਅਤੇ ਯੂਕਰੇਨ ਨੇ ਵਿਵਾਦਪੂਰਨ ਦੋਸ਼ਾਂ ਦਾ ਵਪਾਰ ਕੀਤਾ ਹੈ ਤੇ ਤੱਥਾਂ ਨੂੰ ਸਥਾਪਿਤ ਕਰਨਾ ਅਕਸਰ ਮੁਸ਼ਕਿਲ ਹੁੰਦਾ ਹੈ। ਦੋਵੇਂ ਇੱਕ ਯੁੱਧ ਖੇਤਰ ਦੀਆਂ ਰੁਕਾਵਟਾਂ ਦੇ ਕਾਰਨ ਅਤੇ ਕਿਉਂਕਿ ਹਰੇਕ ਪੱਖ ਜਾਣਕਾਰੀ ਨੂੰ ਸਖਤੀ ਨਾਲ ਕੰਟਰੋਲ ਕਰਦਾ ਹੈ।
ਇੱਕ ਬਿਆਨ ਵਿੱਚ ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ 276 ਟਰਾਂਸਪੋਰਟ ਜਹਾਜ਼ ਵਿੱਚ 65 POWs 6 ਚਾਲਕ ਦਲ ਅਤੇ 3 ਰੂਸੀ ਸੈਨਿਕ ਸਵਾਰ ਸਨ। ਇਸ ਵਿੱਚ ਕਿਹਾ ਗਿਆ ਹੈ ਕਿ ਰੂਸੀ ਰਡਾਰ ਨੇ ਬੈਲਗੋਰੋਡ ਦੇ ਸਰਹੱਦ ਨਾਲ ਲੱਗਦੇ ਯੂਕਰੇਨ ਦੇ ਖਾਰਕਿਵ ਖੇਤਰ ਤੋਂ 2 ਮਿਸਾਈਲਾਂ ਦੀ ਸ਼ੁਰੂਆਤ ਦਰਜ ਕੀਤੀ ਹੈ, ਜਿਸ ਨੂੰ ਲੈ ਕੇ ਅਮਰੀਕੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਜੌਨ ਕਰਬੀ ਨੇ ਕਿਹਾ ਕਿ ਅਸੀਂ ਰਿਪੋਰਟਾਂ ਦੇਖੀਆਂ ਹਨ ਪਰ ਅਸੀਂ ਉਹਨਾਂ ਦੀ ਪੁਸ਼ਟੀ ਕਰਨ ਦੀ ਸਥਿਤੀ ਵਿੱਚ ਨਹੀਂ ਹਾਂ। ਰਿਪੋਰਟ ਮੁਤਾਬਕ ਕ੍ਰੈਸ਼ ਤੋਂ ਕੁਝ ਘੰਟੇ ਬਾਅਦ ਯੂਕਰੇਨ ਦੇ ਆਰਮ ਫੋਰਸਿਸ ਦੇ ਜਨਰਲ ਸਟਾਫ ਨੇ ਇੱਕ ਬਿਆਨ ਵਿੱਚ ਕ੍ਰੈਸ਼ ਦਾ ਕੋਈ ਜ਼ਿਕਰ ਨਹੀਂ ਕੀਤਾ, ਪਰ ਇਸ ਨੇ ਇਹ ਵੀ ਕਿਹਾ ਕਿ ਯੂਕਰੇਨ ਨੇ ਰੂਸੀ ਫੌਜੀ ਟਰਾਂਸਪੋਰਟ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਨੂੰ ਮੰਨਿਆ ਜਾਂਦਾ ਹੈ ਕਿ ਉਹ ਖਾਸ ਕਰਕੇ ਸਰਹੱਦ ਦੇ ਨੇੜੇ ਮਿਜ਼ਾਈਲਾਂ ਪ੍ਰਦਾਨ ਕਰ ਰਹੇ ਹਨ। ਬੁਲੇਟਿਨ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।